हाँ जी स्टूडेंट्स, अज आप अपना नैक्सट चैप्टर शुरू करांगे बच्चे, जिहदा नाम हैगा ग्रोथ ऑफ फंक्शनस। ठीक है, ਇਹਦੇ ਵਿੱਚ ਆਪਾਂ ਨੇ अपनी कंप्यूटर साइंस ਦੇ ਨਾਲ रिलेटेड कुछ फंक्शनस करांगे। सब तो पहला जिवें सब तो पहला तुहाडे कोल हैगा फ्लोर फंक्शन। फ्लोर फंक्शन की हुंदा है कि अगर तुसी एक्स कोई भी रियल नंबर चूज करते हो ਤਾਂ then the floor function of x means ਕੀ मतलब होया floor function of x ਦਾ means the greatest integer which is less than or equal to x। floor function is denoted as ਆਪਾਂ ਇਹਦੀ ਜਿਹੜਾ ਸਿੰਬਲ ਹੈ ਉਹ ਤੁਸੀਂ ਇੱਦਾਂ ਹਾਫ ਬ੍ਰੈਕਟਸ ਜਿਹੜੀਆਂ ਨੀਚੋਂ ਬੰਦ ਹੋਣਗੀਆਂ ਉਹ ਤੁਸੀਂ ਯੂਜ਼ ਕਰਨੀਆਂ ਨੇ। ਇਹਦਾ ਮਤਲਬ ਹੁੰਦਾ ਹੈ ਕਿ ਅਗਰ ਤੁਸੀਂ ਸਪੋਜ਼ 3.14 ਜਿਹੜਾ ਫਲੋਰ ਫੰਕਸ਼ਨ ਦੇ ਵਿੱਚ ਪੁੱਟ ਕਰਦੇ ਹੋ ਤਾਂ ਉਹਨੇ ਕੀ ਦੇਣਾ ਹੈ ਕਿ ਇਸ ਨੰਬਰ ਤੋਂ ਜਿਹੜਾ ਜਸਟ ਪਿੱਛੇ ਛੋਟਾ ਨੰਬਰ ਹੈ ਬਟ ਇਸ ਨੰਬਰ ਤੋਂ ਛੋਟਾ ਜਾਂ ਫਿਰ ਇਕੁਅਲ ਇੰਟੀਜਰ ਤੁਸੀਂ ਚੂਜ਼ ਕਰ ਲੈਣਾ। ਗ੍ਰੇਟੈਸਟ ਹੋਵੇ ਬਟ ਉਹ मीनस कि 3.14 ਦਾ ਗ੍ਰੇਟੈਸਟ ਇੰਟੀਜਰ ਕੌਣ ਹੈ 3 ਬਟ ਇਸ ਤੋਂ ਛੋਟਾ। सेम इसी तरीके नाल √5 ਦੀ जो अप्रोक्सीमेट वैल्यू है वो 2 पॉइंट समथिंग होनी है। तो 2 पॉइंट समथिंग ਦੇ ਵਿੱਚੋਂ जो ग्रेटेस्ट इंटीजर है लैस दैन दिस वो हैगा ਤੁਹਾਡੇ ਕੋਲ 2। ਤਾਂ ਇਹਦੀ ਜਿਹੜੀ फ्लोर फंक्शन ऑफ √5 है वो ਤੁਹਾਡੇ ਕੋਲ ਆ ਜਾਊਗਾ 2। दैन सेम उसी तरीके नाल -9.2 ਦਾ ਜਿਹੜਾ फ्लोर फंक्शन है वो ਤੁਹਾਡੇ ਕੋਲ ਆ ਜਾਊਗਾ -10। 17 ਦਾ ਜਿਹੜਾ फ्लोर फंक्शन है वो 17 ही आ जाऊगा बिकॉज ਜਿਹੜਾ 17 है वो एक इंटीजर वैल्यू है। ठीक है, फिर आ जाते सीलिंग फंक्शन की होंगे लेट एक्स बी एनी रियल नंबर दैन सीलिंग फंक्शन ऑफ एक्स मीनस लेस इंटीजर लीस्ट इंटीजर विच इज़ ग्रेटर दैन इक्वल टू एक्स। सीलिंग फंक्शन ने अपर वाली वैल्यू देनी होंगी आपां नूं कि जे तुसी मान लो 3.14 का सीलिंग फंक्शन फाइंड करते हो तो देखोगे कि 3.14 तो बड़ी बट उस तो सब तो छोटी बट बड़ी लीस्ट इंटीजर विच इज़ ग्रेटर दैन और इक्वल टू एक्स। ठीक है, तो मीनस 3.14 का कितना आ जाऊगा 4 तो √5 2 to 3 ਦੇ ਵਿੱਚ लाई करता तो उन्हें 3 आंसर देना। 9.2 ਜਿਹੜਾ ਹੈਗਾ ਉਹ -9 ਤੇ 10 ਦੇ ਵਿੱਚ लाई करता तो उन्हें -9 देना। 17 ਦਾ 17 ही आ जाऊगा। ठीक है राजी, ਤਾਂ ਇਸ ਤਰੀਕੇ ਨਾਲ ਤੁਸੀਂ ਆਪਣੇ ਗ੍ਰੇਟੈਸਟ ਜਿਹੜੇ ਹੈਗੇ ਆ ਫਲੋਰ ਫੰਕਸ਼ਨ ਤੇ ਸੀਲਿੰਗ ਫੰਕਸ਼ਨਸ ਕੈਲਕੂਲੇਟ ਕਰ ਸਕਦੇ ਹੋ। ਨੈਕਸਟ ਤੁਹਾਡੇ ਕੋਲ ਆ ਜਾਂਦਾ ਹੈ ਇੰਟੀਜਰ ਜਿਹੜਾ ਫੰਕਸ਼ਨ ਹੈ ਉਹ ਵੈਸੇ ਤਾਂ ਫਲੋਰ ਫੰਕਸ਼ਨ ਦੀ ਤਰ੍ਹਾਂ ਸੇਮ ਹੀ ਹੈ। ਤਾਂ ਇਹਨੇ ਵੀ ਉਹੀ ਵੈਲਿਊ ਦੇਣੀ ਹੁੰਦੀ ਹੈ ਬਾਈ ਡਿਲੀਟਿੰਗ ਦਾ। ਇਹਨੇ ਚ ਸਿਰਫ ਕੀ ਕਰਨਾ ਹੁੰਦਾ, ਸਿਰਫ ਫ੍ਰੈਕਸ਼ਨਲ ਪਾਰਟ ਡਿਲੀਟ ਕਰਨਾ ਹੁੰਦਾ, ਸਿਰਫ ਇੰਟੀਗਰ ਆਨਸਰ ਦੇਣਾ ਹੁੰਦਾ। ਇਹਨੂੰ ਆਪਾਂ ਡਿਨੋਟ ਕਰਦੇ ਹਾਂ INT ਦੇ ਨਾਲ। INT ਮੀਨਸ ਇੰਟੀਗਰਲ ਆਫ ਇੰਟੀਜਰ ਆਫ x। ਇੰਟੀਜਰ ਆਫ 3.48 ਦੇ ਵਿੱਚੋਂ ਤੁਸੀਂ ਸਿਰਫ 3 ਲਿਖ ਸਕਦੇ ਹੋ, 48 ਨੂੰ ਨਿਗਲੈਕਟ ਕਰ ਦੋਗੇ ਡੈਸੀਮਲ ਪਾਰਟ ਨੂੰ। ਇੰਟੀਜਰ ਆਫ -3.6 ਜਿਹੜਾ ਹੈਗਾ ਉਹਦੇ ਚੋਂ 0.6 ਨੂੰ ਨਿਗਲੈਕਟ ਕਰਕੇ -3 ਆ ਜਾਊਗਾ। ਫਿਰ ਐਬਸੋਲੂਟ ਵੈਲਿਊ ਫੰਕਸ਼ਨ ਹੈ। ਐਬਸੋਲੂਟ ਵੈਲਿਊ ਫੰਕਸ਼ਨ ਦੇ ਵਿੱਚੋਂ ਤੁਸੀਂ ਅਗਰ x ਲੈਂਦੇ ਹੋ ਇਫ x ਗ੍ਰੇਟਰ ਦੈਨ ਇਕੁਅਲ ਟੂ 0 ਤਾਂ x ਆ ਜਾਊਗਾ। -x ਇਫ x ਲੈਸ ਦੈਨ 0। ਤਾਂ ਇਹਦੇ ਵਿੱਚੋਂ -5 ਦਾ ਮੋਡ ਆ ਗਿਆ 5, 10 ਦਾ ਮੋਡ ਆ ਗਿਆ 10, -6.2 ਦਾ ਆ ਗਿਆ 6.2। ਮੀਨਸ ਇਹਦਾ ਮੇਨ ਕੰਮ ਇਹ ਹੁੰਦਾ ਹੈ ਕਿ ਇਹਨੇ ਮਾਈਨਸ ਸਾਈਨ ਨੂੰ ਨਿਗਲੈਕਟ ਕਰ ਦੇਣਾ ਹੁੰਦਾ ਕਿ ਅਗਰ ਨੈਗੇਟਿਵ ਵੀ ਤੁਸੀਂ ਸਬਸਟੀਟਿਊਟ ਕਰਦੇ ਹੋ ਤਾਂ ਵੀ ਇਹਨੇ ਪੋਜ਼ੀਟਿਵ ਕਰਕੇ ਹੀ ਆਨਸਰ ਦੇਣਾ ਹੁੰਦਾ। ਨੈਕਸਟ ਬੱਚੇ ਤੁਹਾਡੇ ਕੋਲ ਆ ਜਾਂਦਾ ਕਰੈਕਟਰਿਸਟਿਕ ਫੰਕਸ਼ਨ। ਕਰੈਕਟਰਿਸਟਿਕ ਫੰਕਸ਼ਨ ਕੀ ਹੁੰਦਾ ਕਿ ਅਗਰ ਆਪਾਂ ਇੱਕ ਸੈੱਟ ਕੰਸੀਡਰ ਕਰਦੇ ਹਾਂ ਤੇ ਉਸੇ ਸੈੱਟ ਦਾ ਹੀ ਇੱਕ ਸਬਸੈਟ ਕੰਸੀਡਰ ਕਰ ਲਿਆ S, ਦੈਨ ਕਰੈਕਟਰਿਸਟਿਕ ਫੰਕਸ਼ਨ ਡਿਨੋਟਡ ਬਾਈ CS ਮੀਨਸ ਕਿ ਸੈੱਟ ਤੋਂ ਲੈ ਕੇ 0 1 ਤੱਕ ਇੱਕ ਫੰਕਸ਼ਨ ਡਿਫਾਈਨ ਕਰਾਂਗੇ ਕਿ ਅਗਰ ਤਾਂ ਇਸ ਸੈੱਟ ਦਾ ਤੁਸੀਂ ਓਵਲ ਐਲੀਮੈਂਟ ਲੈ ਰਹੇ ਹੋ ਜਿਹੜਾ ਕਿ S ਦੇ ਵਿੱਚ ਵੀ ਹੈਗਾ ਮੀਨਸ ਕਿ ਸਬਸੈੱਟ ਦਾ ਐਲੀਮੈਂਟ ਲੈ ਰਹੇ ਹੋ ਤਾਂ ਉਹਦੀ ਇਮੇਜ ਆਊਗੀ 1 ਅਦਰਵਾਈਜ਼ 0। ਹੁਣ ਜਿਵੇਂ ਇਹਦੇ ਨਾਲ ਰਿਲੇਟਡ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਤੁਹਾਨੂੰ ਕਿ A ਸੈੱਟ ਹੈਗਾ ਤੁਹਾਡੇ ਕੋਲ A B ਤੇ C, S ਹੈਗਾ A ਤੇ B। ਤੁਸੀਂ A ਤੋਂ ਲੈ ਕੇ 0 1 ਤੱਕ ਇੱਕ ਫੰਕਸ਼ਨ ਡਿਫਾਈਨ ਕਰੋਗੇ। ਤੁਸੀਂ A ਦੇ ਸਾਰੇ ਪੁਆਇੰਟਸ ਪੁੱਟ ਕਰਦੇ ਜਾਓ CS ਦੇ ਵਿੱਚ। ਜਿਵੇਂ ਹੁਣ ਪਹਿਲਾਂ A ਪੁੱਟ ਕੀਤਾ, A S 'ਚ ਹੈਗਾ ਕਿਉਂਕਿ ਇਹਦੀ ਇਮੇਜ ਕੀ ਆ ਜਾਊਗੀ 1। ਹੁਣ BS 'ਚ ਹੈਗਾ ਉਹਦੀ ਇਮੇਜ ਵੀ ਕਿੰਨੀ ਆ ਜਾਊਗੀ 1। ਫਿਰ CS 'ਚ ਨਹੀਂ ਹੈਗਾ ਤਾਂ ਉਹਦੀ ਇਮੇਜ ਕਿੰਨੀ ਆ ਜਾਊਗੀ 0। ਤਾਂ ਇਟ ਮੀਨਸ A ਦੀ ਇਮੇਜ 1, B ਦੀ ਇਮੇਜ 1 ਐਂਡ C ਦੀ ਇਮੇਜ 0। ਤਾਂ ਇਸ ਤਰੀਕੇ ਨਾਲ ਬੱਚੇ ਤੁਸੀਂ ਆਪਣੇ ਕਰੈਕਟਰਿਸਟਿਕ ਫੰਕਸ਼ਨਸ ਜਿਹੜੇ ਉਹ ਫਾਈਂਡ ਕਰ ਸਕਦੇ ਹੋ। ਨੈਕਸਟ ਆ ਜਾਂਦਾ ਤੁਹਾਡੇ ਕੋਲ ਰਿਮਾਈਂਡਰ ਫੰਕਸ਼ਨ। ਰਿਮਾਈਂਡਰ ਫੰਕਸ਼ਨ ਦਾ ਕੀ ਕੰਮ ਹੁੰਦਾ ਹੈ ਕਿ ਇਹਦੇ ਵਿੱਚ ਜਦੋਂ ਤੁਸੀਂ ਕਿਸੇ ਨੰਬਰ ਨੂੰ, ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਕਿਸੇ ਨੰਬਰ ਨੂੰ ਕਿਸੇ ਹੋਰ ਨੰਬਰ ਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਉਹਦਾ ਕੋਈ ਨਾ ਕੋਈ ਰਿਮਾਈਂਡਰ ਆ ਜਾਂਦਾ। ਠੀਕ ਹੈ, ਰਿਮਾਈਂਡਰ ਜਿਹੜਾ ਹੁੰਦਾ ਹੈ ਉਹ ਨੰਬਰ ਜਿਹਦੇ ਨਾਲ ਆਪਾਂ ਡਿਵਾਈਡ ਕਰ ਰਹੇ ਹਾਂ ਉਸ ਨੰਬਰ ਤੋਂ ਛੋਟਾ ਜਾਂ ਫਿਰ ਉਹਦੇ 0 ਦੇ ਬਰਾਬਰ ਆ ਸਕਦਾ ਹੈ ਨਾ।
ਤਾਂ ਇਹ ਚੀਜ਼ ਹੁੰਦੀ ਹੈ। ਜਿਵੇਂ ਹੁਣ ਤੁਸੀਂ ਦੇਖੋ ਕਿ ਆਪਣੇ ਕੋਲ ਇੱਥੇ ਕੇ ਕੋਈ ਵੀ ਇੰਟੀਜਰ ਹੈ ਤੇ ਤੁਸੀਂ ਐਮ ਕੋਈ ਵੀ ਪੋਜ਼ਿਟਿਵ ਇੰਟੀਜਰ ਚੱਕਿਆ, ਉਹਦੇ ਵਿੱਚੋਂ ਕਹਿੰਦੇ ਦੈਨ ਐਮ ਕੇ ਮੋਡ ਐਮ ਡਿਨੋਟਸ ਦ ਇੰਟੀਜਰ ਰਿਮਾਈਂਡਰ ਵੈਨ ਕੇ ਇਜ਼ ਡਿਵਾਈਡਡ ਬਾਈ ਐਮ। ਕਹਿੰਦੇ ਕੇ ਮੋਡ ਐਮ ਨੇ ਇੱਕ ਇੰਟੀਜਰ ਦੇਣਾ ਹੈ ਰਿਮਾਈਂਡਰ ਜਦੋਂ ਤੁਸੀਂ ਕੇ ਨੂੰ ਐਮ ਦੇ ਨਾਲ ਡਿਵਾਈਡ ਕਰੋਗੇ। ਦਿਸ ਫੰਕਸ਼ਨ ਇਜ਼ ਕਾਲਡ ਦ ਰਿਮਾਈਂਡਰ ਫੰਕਸ਼ਨ। ਇਸ ਫੰਕਸ਼ਨ ਨੂੰ ਆਪਾਂ ਰਿਮਾਈਂਡਰ ਫੰਕਸ਼ਨ ਕਹਾਂਗੇ ਕਿ ਜਦੋਂ ਤੁਸੀਂ ਕੇ ਨੂੰ ਐਮ ਦੇ ਨਾਲ ਡਿਵਾਈਡ ਕੀਤਾ ਤਾਂ ਇੱਕ ਇੰਟੀਜਰ ਬਣੂਗਾ, ਰਿਮਾਈਂਡਰ ਜਿਹੜਾ ਬਚਿਆ ਉਹ ਆਰ ਆ ਗਿਆ। ਜਿਹੜਾ ਇਹ ਰਿਮਾਈਂਡਰ ਆਰ ਆਊਗਾ ਦੈਟ ਸ਼ੁੱਡ ਬੀ ਦ ਗ੍ਰੇਟਰ ਦੈਨ ਇਕੁਅਲਸ ਟੂ 0 ਐਂਡ ਲੈਸ ਦੈਨ ਐਮ। ਜਿਵੇਂ ਹੁਣ ਤੁਸੀਂ ਦੇਖੋ 26 ਮੋਡ 4 ਤੁਸੀਂ ਕੈਲਕੂਲੇਟ ਕਰਨਾ ਹੈ। 26 ਨੂੰ ਜਦੋਂ 4 ਦੇ ਨਾਲ ਡਿਵਾਈਡ ਕਰੋਗੇ ਤਾਂ ਜਦੋਂ 26 ਨੂੰ 4 ਦੇ ਨਾਲ ਤੁਸੀਂ ਡਿਵਾਈਡ ਕੀਤਾ ਤਾਂ 24 ਆਇਆ 6 ਦੇ ਉੱਪਰ, ਤਾਂ 2 ਰਿਮਾਈਂਡਰ ਬਚਿਆ। ਤਾਂ ਜਿਹੜਾ ਇਹ ਰਿਮਾਈਂਡਰ ਆਊਗਾ ਉਹ ਇਸ ਨੰਬਰ ਤੋਂ ਛੋਟਾ ਜਾਂ ਫਿਰ 0 ਹੁੰਦਾ ਹੈ, ਇਹ ਤੋਂ ਕਦੇ ਵੱਡਾ ਨਹੀਂ ਆ ਸਕਦਾ। ਠੀਕ ਹੈ ਨਾ। ਤਾਂ ਮੀਨਸ ਕਿ 26 ਮੋਡ 4 ਕਿੰਨਾ ਆ ਗਿਆ 2, 25 ਮੋਡ 3 ਕਿੰਨਾ ਆ ਗਿਆ 1, ਕਿਉਂਕਿ 24 ਤੇ ਕੈਂਸਲ ਹੋ ਕੇ ਇਹਨੇ ਰਿਮਾਈਂਡਰ 1 ਦੇਣਾ। ਫਿਰ 30 ਮੋਡ 6 ਕਿੰਨਾ ਆ ਗਿਆ 0, ਬਿਕੋਜ਼ 6 × 5 ਆਪਣੇ ਕੋਲ 30 ਹੁੰਦਾ ਤੇ ਇਹ ਪ੍ਰੋਪਰਲੀ ਡਿਵਾਈਡ ਹੋ ਜਾਊਗਾ, ਤਾਂ ਇਹਦਾ ਕੋਈ ਵੀ ਰਿਮਾਈਂਡਰ ਨਹੀਂ ਬਚੂਗਾ, ਤਾਂ ਰਿਮਾਈਂਡਰ ਕਿੰਨਾ ਆ ਗਿਆ 0। ਤਾਂ ਇਸ ਤਰੀਕੇ ਨਾਲ ਬੱਚੇ ਤੁਸੀਂ ਆਪਣਾ ਜਿਹੜਾ ਰਿਮਾਈਂਡਰ ਫੰਕਸ਼ਨ ਕੈਲਕੂਲੇਟ ਕਰ ਸਕਦੇ ਹੋ। ਫਿਰ ਨੈਕਸਟ ਆ ਜਾਂਦਾ ਤੁਹਾਡੇ ਕੋਲੇ ਮੋਡ ਰਿਲੇਸ਼ਨ। ਮੋਡ ਰਿਲੇਸ਼ਨ ਜਿਹੜਾ ਹੁੰਦਾ ਉਹ ਸੇਮ ਰਿਮਾਈਂਡਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਜਿਵੇਂ ਤੁਸੀਂ ਦੇਖੋ 26 ਇਕੁਇਵਲੈਂਟ ਟੂ, ਮੈਂ ਇੱਥੇ ਲਿਖੂੰਗੀ 26 ਇਕੁਇਵਲੈਂਟ ਟੂ 2 ਮੋਡ 4। ਤਾਂ ਇਹਨੇ ਕਿਵੇਂ ਕੰਮ ਕਰਨਾ ਹੁੰਦਾ ਹੈ ਕਿ ਇਹਨੇ ਕੰਮ ਕਰਨਾ ਹੁੰਦਾ ਹੈ ਕਿ ਜਦੋਂ ਮੈਂ 4 ਨੂੰ 26 ਦੇ ਨਾਲ ਡਿਵਾਈਡ ਕਰੂੰਗੀ ਤਾਂ ਜਿਹੜਾ ਰਿਮਾਈਂਡਰ ਆਊਗਾ ਉਹ ਮੇਰਾ ਇੱਥੇ ਆਉਣਾ ਚਾਹੀਦਾ ਹੈ। ਤਾਂ ਜਦੋਂ ਮੇਰੇ ਕੋਲ ਇਹ ਦੋਨੋਂ ਨੰਬਰ ਜਿਹੜੇ ਹੁੰਦੇ ਆ ਕੌਨਕਰੈਂਸੀ ਦੇ ਨੰਬਰ ਹੁੰਦੇ ਆ। ਜਿਵੇਂ ਤੁਸੀਂ ਦੇਖੋ ਕਿ ਦ ਟਰਮ ਮੋਡ ਇਜ਼ ਆਲਸੋ ਯੂਜ਼ਡ ਫॉर ਮੈਥਮੈਟੀਕਲ ਕੌਨਗਰੂਐਂਸ ਰਿਲੇਸ਼ਨ which is denoted by A concurrent B mod M and is defined as A is concurrent to B if and only if M divides B minus A। means ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਇਸ ਰਿਮਾਈਂਡਰ ਨੂੰ ਇਸ ਨੰਬਰ ਦੇ ਵਿੱਚੋਂ ਘਟਾ ਦੋਗੇ ਤਾਂ ਇਹ ਜਿਹੜਾ 4 ਹੈ ਮੀਨਸ ਕੈਪੀਟਲ M ਜਿਹਨੂੰ ਆਪਾਂ ਕਹਿੰਦੇ ਆ ਉਹ ਇਹਨੂੰ ਪ੍ਰੋਪਰਲੀ ਡਿਵਾਈਡ ਕਰਨਾ ਚਾਹੀਦਾ ਹੈ। ਠੀਕ ਹੈ ਨਾ। ਵੈਸੇ ਵੀ ਤੁਹਾਨੂੰ ਪਤਾ ਆਪਾਂ ਛੋਟੀਆਂ ਕਲਾਸਿਸ ਦੇ ਵਿੱਚ ਕਰਕੇ ਆਏ ਆ ਕਿ ਆਪਾਂ ਕਿਹੜੇ ਨੰਬਰ ਚੋਂ ਕੀ ਮਾਈਨਸ ਕਰੀਏ ਕਿ ਉਹ ਪ੍ਰੋਪਰਲੀ ਡਿਵਾਈਡ ਹੋ ਜਾਏ, ਤਾਂ ਆਪਾਂ ਉਹਦਾ ਰਿਮਾਈਂਡਰ ਕੱਢ ਕੇ ਮਾਈਨਸ ਕਰ ਦਿੰਦੇ ਸੀ ਨਾ। ਤਾਂ ਸੇਮ ਚੀਜ਼ ਹੈ ਬੱਚੇ ਇਹਦੇ ਵਿੱਚ ਵੀ ਕਿ ਤੁਸੀਂ ਮੋਡ ਰਿਲੇਸ਼ਨ ਦੇ ਵਿੱਚ ਉਹ ਦੋ ਨੰਬਰ ਲਿਖਣੇ ਨੇ ਜਿਨ੍ਹਾਂ ਦਾ ਡਿਫਰੈਂਸ m ਦੇ ਨਾਲ ਡਿਵਾਈਡ ਹੋਣਾ ਚਾਹੀਦਾ। ਠੀਕ ਹੈ। ਨੈਕਸਟ ਆ ਜਾਂਦਾ ਲੋਗੈਰੀਥਮ ਐਂਡ ਐਕਸਪੋਨੈਂਸ਼ੀਅਲ ਫੰਕਸ਼ਨਸ। ਲੋਗੈਰੀਥਮ ਫੰਕਸ਼ਨ ਕੀ ਹੁੰਦਾ ਹੈ ਕਿ ਅਗਰ ਤੁਸੀਂ ਕੋਈ ਵੀ ਪੋਜ਼ਿਟਿਵ ਨੰਬਰ ਕੰਸੀਡਰ ਕਰਦੇ ਹੋ ਦੈਨ ਦ ਲੋਗੈਰੀਥਮ of any positive number x to base b is written as log bx and it represents exponent to which b must be raised to obtain x। means ਕੀ ਹੈ ਕਿ ਤੁਸੀਂ y equal to log bx ਲੈਂਦੇ ਹੋ ਤਾਂ ਤੁਸੀਂ ਇਹਦੇ ਵਿੱਚੋਂ v raised to power y ਨੂੰ x ਲਿਖ ਸਕਦੇ ਹੋ। ਜਿਵੇਂ ਤੁਸੀਂ ਦੇਖੋ ਇੱਥੇ ਐਗਜ਼ਾਮਪਲ ਦਿੱਤੀ ਹੈ log 200 ਦੀ। ਠੀਕ ਹੈ। ਤਾਂ ਤੁਸੀਂ ਇੱਥੇ 2 raised to power 6 ਕੈਲਕੂਲੇਟ ਕੀਤਾ 64 ਆ ਗਿਆ। ਤੁਸੀਂ ਇਹਦੇ ਨੇੜੇ ਤੇੜੇ ਤੁਸੀਂ ਇਹ ਦੇਖਣਾ ਹੁੰਦਾ ਕਿ ਜਿਹੜਾ 100 ਹੈ ਉਹ 2 ਦੀ ਕਿਹੜੀ ਪਾਵਰ ਦੇ ਵਿੱਚ ਲਾਈ ਕਰਦਾ ਹੈ। ਜਿਵੇਂ ਦੇਖੋ ਇੱਥੇ 6 to 7 ਦੇ ਵਿੱਚ ਲਾਈ ਕਰਦਾ ਤਾਂ log 200 ਦੀ ਜਿਹੜੀ ਵੈਲਿਊ ਹੈ ਉਹ 6 to 7 ਦੇ ਵਿੱਚ ਐਗਜ਼ਿਸਟ ਕਰੂਗੀ। ਠੀਕ ਹੈ ਨਾ। ਤਾਂ ਇਹਦੀ ਜਿਹੜੀ ਮਿਨੀਮਮ ਵੈਲਿਊ ਹੈ ਤੁਸੀਂ ਇਹਦਾ ਫਲੋਰ ਫੰਕਸ਼ਨ ਕੈਲਕੂਲੇਟ ਕਰਨਾ ਸੀ ਤਾਂ ਉਹ 6 ਆ ਗਿਆ। ਠੀਕ ਹੈ ਨਾ। ਤਾਂ ਇਹਦੇ ਤਰੀਕੇ ਨਾਲ ਤੁਸੀਂ ਫੈਕਟੋਰੀਅਲ ਫੰਕਸ਼ਨ ਕੀ ਹੁੰਦਾ ਨੈਕਸਟ ਫੈਕਟੋਰੀਅਲ ਫੰਕਸ਼ਨ ਹੁੰਦਾ ਹੈ ਕਿ ਤੁਸੀਂ ਜਿਵੇਂ ਮੰਨ ਲਓ n ਦਾ ਫੈਕਟੋਰੀਅਲ ਤੁਸੀਂ ਕੈਲਕੂਲੇਟ ਕਰਨਾ ਹੈ ਤੁਸੀਂ n ਦੇ ਫੈਕਟੋਰੀਅਲ ਤੋਂ ਲੈ ਕੇ ਮਤਲਬ n ਤੋਂ ਲੈ ਕੇ 1 ਤੱਕ ਬੈਕ ਕਾਊਂਟਿੰਗ ਲਿਖਦੇ ਜਾਓਗੇ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਫੈਕਟੋਰੀਅਲ ਦੀ ਵੈਲਿਊ ਆ ਜਾਊਗੀ। ਬਟ ਇੱਥੇ ਧਿਆਨ ਇੱਥੇ ਦਿਓ ਕਿ ਜਿਹੜਾ 0 ਦਾ ਫੈਕਟੋਰੀਅਲ ਹੁੰਦਾ ਉਹ ਆਲਵੇਜ਼ 1 ਹੁੰਦਾ। ਜਿਵੇਂ ਤੁਸੀਂ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਤੁਸੀਂ ਸਪੋਜ਼ 5 ਦਾ ਫੈਕਟੋਰੀਅਲ ਸੋਲਵ ਕਰਨਾ ਹੈ 5 ਦੇ ਫੈਕਟੋਰੀਅਲ ਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ 5 × 4 × 3 × 2 × 1 ਮੀਨਸ 5 ਤੋਂ ਲੈ ਕੇ 1 ਤੱਕ ਬੈਕ ਕਾਊਂਟਿੰਗ ਲਿਖੀ ਤੇ ਉਹਨੂੰ ਮਲਟੀਪਲਾਈ ਕੀਤਾ ਜੋ ਆ ਗਿਆ ਉਹ ਫੈਕਟੋਰੀਅਲ ਦਾ ਆਂਸਰ ਆ ਗਿਆ। ਜਿਵੇਂ 5 × 4 20 × 3 60 × 2 120 ਜੋ ਆਇਆ ਉਹ ਦੈਟ ਇਜ਼ ਇਕੁਅਲ ਟੂ ਦਾ 5 ਫੈਕਟੋਰੀਅਲ। ਠੀਕ ਹੈ ਜੀ। ਤਾਂ ਇਹ ਆ ਗਿਆ 5 ਦਾ ਫੈਕਟੋਰੀਅਲ। ਨੈਕਸਟ ਬੱਚੇ ਤੁਹਾਡੇ ਕੋਲ 3 ਮੇਨ ਫੰਕਸ਼ਨਸ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਗਰੋਥ ਆਫ ਫੰਕਸ਼ਨ ਦੇ ਵਿੱਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆ ਜਾਂਦਾ ਬਿਗ O ਫੰਕਸ਼ਨ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜੇ ਮੰਨ ਲਓ ਤੁਸੀਂ ਦੋ ਫੰਕਸ਼ਨ ਕੰਸੀਡਰ ਕਰਦੇ ਹੋ f(x) and g(x). f(x) and g(x) are functions defined on the set of real numbers. Then f(x) is called the order of g(x), written as f(x) equal to order of g(x). If there exists a real number m and a positive constant c such that for all x greater than equals to m we have mod of f(x) is less than equal to c mod of gx। means कि अगर दो फंक्शन के corresponding एक constant exist करता है
ਜਿਹੜਾ ਕਨਸਟੈਂਟ ਨੂੰ ਅਗਰ ਤੁਸੀਂ gx ਨਾਲ ਮਲਟੀਪਲਾਈ ਕਰਦੇ ਹੋ ਤਾਂ fx ਉਸ ਤੋਂ ਛੋਟਾ ਹੋ ਜਾਂਦਾ, ਦੈਟ ਮੀਨਸ fx ਇਜ਼ ਕਾਲਡ ਦ ਬਿਗ O ਆਫ gx। ਬਟ ਅਗਰ ਤੁਹਾਡੇ ਕੋਲ ਇੱਕ ਕਨਸਟੈਂਟ ਐਸਾ ਐਗਜ਼ਿਸਟ ਕਰਦਾ ਹੈ ਕਿ ਅਗਰ ਮੋਡ ਆਫ ਜਿਹੜਾ fx ਹੈ ਉਹ ਗ੍ਰੇਟਰ ਹੋ ਜਾਂਦਾ ਹੈ c ਮੋਡ gx ਤੋਂ, ਦੈਨ ਉਹ ਬਿਗ ਓਮੇਗਾ ਫੰਕਸ਼ਨ। ਤੇ ਅਗਰ ਤੁਹਾਡੇ ਕੋਲ ਦੋ ਕਨਸਟੈਂਟ ਐਗਜ਼ਿਸਟ ਕਰ ਜਾਂਦੇ ਨੇ ਕਿ ਇੱਕ ਦੇ ਨਾਲ ਜਿਹੜਾ fx ਹੈ ਉਹ ਬੜਾ ਹੋ ਜਾਏ, ਇੱਕ ਦੇ ਨਾਲ ਛੋਟਾ ਹੋ ਜਾਏ, ਤਾਂ ਉਹ ਬਿਗ ਥੀਟਾ ਨੋਟੇਸ਼ਨ। ਤਾਂ ਇਸ ਤਰੀਕੇ ਦੇ ਆਪਣੇ ਕੋਲ ਤਿੰਨ ਫੰਕਸ਼ਨ ਜਿਹੜੇ ਹੈਗੇ ਆ ਉਹ ਐਗਜ਼ਿਸਟ ਕਰਦੇ ਨੇ। ਇਹਦੇ ਨਾਲ ਰਿਲੇਟਡ ਇੱਕ ਐਗਜ਼ਾਮਪਲ ਵੀ ਹੈਗੀ ਹੈ, ਜਿਵੇਂ ਤੁਸੀਂ fx ਨੂੰ ਸ਼ੋ ਕਰਨਾ ਹੈ ਕਿ ਇਹ ਬਿਗ O ਆਫ x ਸਕੁਅਰ ਹੈ, ਮੀਨਸ ਕਿ ਤੁਸੀਂ ਇਹ ਫੰਕਸ਼ਨ fx ਆਪਣੇ ਕੋਲ ਹੈਗਾ, ਹੁਣ x ਜਿਹੜਾ ਹੈ ਉਹ ਗ੍ਰੇਟਰ ਦੈਨ ਇਕੁਅਲਸ ਟੂ 1 ਹੈ। ਹੁਣ x ਜਿਹੜਾ ਹੈਗਾ ਉਹ ਗ੍ਰੇਟਰ ਦੈਨ ਇਕੁਅਲਸ ਟੂ 1 ਹੈ, ਆਪਾਂ ਨੂੰ ਇਹ ਵੀ ਪਤਾ ਕਿ ਕਿਸੇ ਨੰਬਰ ਦਾ ਸਕੁਅਰ ਕਰਦੇ ਹਾਂ ਤਾਂ ਹੋਰ ਵੀ ਵੱਡਾ ਹੋ ਜਾਂਦਾ ਹੈ ਨਾ। ਤਾਂ ਮੋਡ ਆਫ fx ਕੰਸੀਡਰ ਕੀਤਾ ਤੁਸੀਂ, ਇੱਥੇ ਆਪਣਾ ਮੋਡ ਜਿਹੜਾ ਸੀਗਾ ਉਹਨੂੰ ਸੈਪਰੇਟ ਕਰਕੇ ਲਿਖਿਆ ਲੈਸ ਦੈਨ ਇਕੁਅਲ ਟੂ ਮੋਡ ਆਫ x ਸਕੁਅਰ ਪਲੱਸ 2x ਪਲੱਸ 1 ਹੈ ਨਾ। ਤਾਂ x ਸਕੁਅਰ ਨੂੰ x ਲਿਖਿਆ ਬਿਕੋਜ਼ ਪੋਜ਼ੀਟਿਵ ਹੈ, 2x ਵੀ 1 ਵੀ। ਹੁਣ ਤੁਸੀਂ ਦੇਖੋ ਕਿ ਜਿਹੜਾ x ਹੈ ਦੈਟ ਇਜ਼ ਲੈਸ ਦੈਨ ਇਕੁਅਲ ਟੂ x ਸਕੁਅਰ, ਤੁਸੀਂ ਇੱਥੇ ਲੈਸ ਦੈਨ ਇਕੁਅਲ ਟੂ ਦਾ ਸਾਈਨ ਪਾ ਕੇ x ਨੂੰ ਲਿਖਿਆ ਲੈਸ ਦੈਨ ਇਕੁਅਲ ਟੂ x ਸਕੁਅਰ, ਇੱਥੇ ਆ ਗਿਆ 4x ਸਕੁਅਰ। ਤਾਂ ਹੁਣ ਤੁਸੀਂ ਦੇਖੋ ਕਿ ਜਿਹੜਾ ਮੋਡ fx ਸੀ ਦੈਟ ਇਜ਼ ਲੈਸ ਦੈਨ ਇਕੁਅਲ ਟੂ 4 ਇੰਟੂ ਮੋਡ ਆਫ gx, x ਦੀ ਵੈਲਿਊ ਆ ਗਈ ਨਾ, x ਸਕੁਅਰ ਆ ਗਈ gx ਦੀ ਵੈਲਿਊ, ਤਾਂ ਇਟ ਮੀਨਸ ਇਹ ਬਿਗ O ਆਫ x ਸਕੁਅਰ ਹੋ ਗਿਆ। ਤਾਂ ਇਸ ਤਰੀਕੇ ਨਾਲ ਤੁਸੀਂ ਆਪਣੇ ਫੰਕਸ਼ਨਸ ਨੂੰ ਬਿਗ O ਜਾਂ ਬਿਗ ਥੀਟਾ ਜਾਂ ਬਿਗ ਓਮੇਗਾ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹੋ। ਤਾਂ ਇਹਦੇ ਨਾਲ ਰਿਲੇਟਡ ਜਿਹੜੀ ਐਕਸਰਸਾਈਜ਼ ਹੈ ਬੱਚੇ ਉਹ ਵੀ ਤੁਸੀਂ ਕਰ ਲੈਣੀ ਹੈ। ਕੋਈ ਡਾਊਟ ਹੁੰਦਾ ਤਾਂ ਤੁਸੀਂ ਨਾਲ ਦੀ ਨਾਲ ਕਲੀਅਰ ਕਰ ਲਿਆ ਕਰੋ, ਠੀਕ ਹੈ ਜੀ, ਓਕੇ।